ਸੰਗਤ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਆ, ਪਰ ਗੱਲ ਹੁੰਦੀ ਕਿ ਸਰਕਾਰ ਤੇ ਕਿੰਨਾ ਦਬਾਅ ਬਣੂਗਾ, ਅਸਰ ਕੀ ਹੋਊਗਾ। ਅਸਰ ਸਮਝਦੇ ਹੋ ਕਿ ਹੁਣ ਇਸ ਇਕੱਠ ਦਾ ਹੋਊਗਾ ਜਾਂ ਹੋਰ ਜ਼ਿਆਦਾ ਵੱਡੇ ਇਕੱਠ ਦੀ ਲੋੜ ਸੀ? 21 ਦੀ ਜਿਹੜੀ ਜਨਵਰੀ ਸੀ, 26 ਜਨਵਰੀ, ਇੱਕ ਨਿਸ਼ਾਨ ਸਾਹਿਬ ਪਿੱਛੇ ਰੌਲਾ ਪਾਇਆ ਸੀ। ਅੱਜ ਮੋਹਾਲੀ ਨਿਸ਼ਾਨ ਸਾਹਿਬਾਂ ਨਾਲ ਗੁਰੂ ਮਹਾਰਾਜ ਨੇ ਭਰਤਾ। ਇਹਨਾਂ ਨੂੰ ਇਹ ਨਹੀਂ ਵੀ ਇਹ ਮੰਨੂ ਬਣਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਅਸੀਂ ਤਾਂ ਦੂਣੇ ਸੁਆਣੇ ਹੋਵਾਂਗੇ। ਸੋ ਬਟ ਅੱਜ ਇੱਕ ਸੁਨੇਹਾ ਚਲਾ ਗਿਆ ਵੀ ਅਸੀਂ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਦਾ ਜਿਹੜਾ ਬਲੀਫ ਹੈ, ਉਹਦੇ 'ਚ ਜਿਹੜਾ ਇਤਬਾਰ ਹੈ, ਉਹ ਪੰਜਾਬ ਨੂੰ ਔਰ ਪੰਥ ਨੂੰ ਹੈ ਨਹੀਂ। ਪਰ ਹੁਣ ਇਹ ਜਿਹੜਾ ਹੈਗਾ ਪ੍ਰੋਗਰਾਮ, ਇਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਸੀ। ਹੁਣ ਇਹ ਤੋਂ ਵੱਡਾ ਇਹੋ ਜਿਹਾ ਕੀ ਪ੍ਰੋਗਰਾਮ ਦਿੱਤਾ ਜਾਵੇ, ਕੀ ਪ੍ਰੋਗਰਾਮ ਮੋਰਚਾ ਦੇਵੇਗਾ ਜਿਹਦੇ ਨਾਲ ਇਸ ਤੋਂ ਵੀ ਉੱਤੋਂ ਦੀ ਗੱਲ ਹੋਵੇ? ਮਾਨੋ ਜਦੋਂ ਸਪਟੈਂਬਰ 2021 ਦੇ ਵਿੱਚ ਮੋਦੀ ਗਿਆ ਹੈਗਾ ਆ ਨਿਊਯਾਰਕ ਯੂਨਾਈਟਿਡ ਨੇਸ਼ਨਸ, ਉੱਥੇ ਸੰਗਤ ਨੇ ਉਹਦੀ ਕਾਫੀ ਨਾਅਰੇਬਾਜ਼ੀ ਕੀਤੀ, ਬੇਇੱਜ਼ਤੀ ਹੋਈ। ਫਿਰ ਆ ਕੇ ਇਹਨਾਂ ਨੇ ਫੈਸਲੇ ਲਏ। ਅਸੀਂ ਇਹਨੂੰ ਇੰਟਰਨੈਸ਼ਨਲ, ਜਦੋਂ ਤੱਕ ਕੌਮ ਬਾਹਰ ਜਾ ਕੇ ਜਿੰਨੇ ਸਾਡੇ ਐਮਬੈਸੀਜ਼ ਨੇ ਇੰਡੀਆ ਦੀਆਂ, ਬਾਹਰੀਆਂ ਹਾਈ ਕਮਿਸ਼ਨਸ ਹੈ, ਉੱਥੇ ਜਦੋਂ ਇੰਡੀਆ ਦੇ ਨੁਮਾਇੰਦੇ ਬਾਹਰ ਜਾਂਦੇ ਆ, ਜਦੋਂ ਉੱਥੇ ਤੱਕ ਪ੍ਰੋਟੈਸਟ ਉਸ ਲੈਵਲ ਤੱਕ ਤੇ ਨਹੀਂ ਲੈ ਜਾਂਦੇ ਨਾ, ਜਦੋਂ ਇਹ ਇੰਟਰਨੈਸ਼ਨਲੀ ਜਵਾਬਦੇਹ ਹੋ ਜਾਣ, ਕਿਉਂਕਿ ਇਹ ਹਿਊਮਨ ਰਾਈਟ ਵਾਇਲੇਸ਼ਨ ਵੀ ਹੈ। ਜਦੋਂ ਇਹਨੂੰ ਅਸੀਂ ਇੰਟਰਨੈਸ਼ਨਲੀ ਇਸ ਲੈਵਲ ਤੇ ਲੈ ਜਾਵਾਂਗੇ ਵੀ ਸਾਡੀ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀ ਹੈ, ਉਸ ਪੁਆਇੰਟ ਤੇ ਆ ਕੇ ਮੇਰਾ ਖਿਆਲ ਹੈ ਮਜਬੂਰ ਹੋਣਗੇ। ਤੁਸੀਂ ਕਹਿੰਦੇ ਹੋ ਕਿ ਅਸੀਂ ਕੌਮ ਨੂੰ ਲਾਮਬੰਦ ਕਰ ਰਹੇ ਹੋ, ਚਾਰੇ ਪੰਜਾਬ ਦੇ ਖੁੰਝਿਆਂ ਦੇ ਵਿੱਚ ਬੈਠੇ ਆ, ਮਾਝਾ ਮਾਲਵਾ ਦੁਆਬਾ ਸਾਰਾ ਲਾਮਬੰਦ ਕਰ ਰਹੇ ਆ। ਦੂਜੇ ਪਾਸੇ ਉਹਨਾਂ ਨੂੰ ਤਾਂ ਫਰਕ ਇੰਨਾ ਕਿ ਨਹੀਂ ਪੈ ਰਿਹਾ, ਉਹ ਕਹਿੰਦੇ ਅਸੀਂ ਤਾਂ ਤੁਹਾਡੀ ਝਾਕੀ ਤੱਕ ਦੀ ਪਰਵਾਹ ਨਹੀਂ ਕਰਦੇ, ਪੰਜਾਬ ਦੀ ਝਾਕੀ ਕੱਢ ਕੇ ਮਾਰੀ ਜੀ ਬਾਹਰ। ਤੁਹਾਨੂੰ ਅੱਜ ਮੈਂ ਦੇਖ ਰਿਹਾ ਸੀ ਸਵੇਰੇ, ਇਹਨੇ ਜਿਹੜਾ ਉਹ ਅਮਰ ਜਵਾਨ ਜੋਤੀ ਤੇ ਜਾ ਕੇ ਮੋਦੀ ਨੇ ਸਲੂਟ ਕੀਤਾ ਹੈ, ਨਾਲ ਸ਼ਾਇਦ ਸਿੱਖ ਐਲਆਈ ਖੜੀ ਕੀਤੀ ਵੀ ਸੀ। ਠੀਕ ਹੈ, ਅੱਜ 2-3 ਇਹਨਾਂ ਨੇ ਸਿੱਖ ਅਫਸਰ ਵੀ ਪਰੇਡ ਦਿਖਾਏ ਨੇ, ਜੋ ਪਹਿਲਾਂ ਕਦੀ ਨਹੀਂ ਸੀ ਹੋਇਆ। ਉਹ ਤੁਹਾਨੂੰ ਚੌਂਕੀਦਾਰ ਰੱਖਣਾ ਚਾਹੁੰਦੇ ਆ। ਪਰ ਬਹੁਤ ਸਾਰੇ ਲੋਕ ਤਾਂ ਚੌਂਕੀਦਾਰ ਬਣ ਕੇ ਵੀ ਖੁਸ਼ ਹੈ ਜੀ। ਮੋਦੀ ਸਾਹਿਬ ਤਾਂ ਸਗੋਂ ਆਪ ਕਹਿੰਦੇ ਵੀ ਮੈਂ ਚੌਂਕੀਦਾਰ ਆ ਜੀ। ਸਾਡੇ ਲੋਕ ਵੀ ਪੱਗਾਂ ਬੰਨ੍ਹ ਕੇ ਬੀਜੇਪੀ 'ਚ ਵੀ ਸ਼ਾਮਲ ਹੋ ਰਹੇ ਆ, ਚੌਂਕੀਦਾਰ ਬਣ ਕੇ ਵੀ ਖੁਸ਼ ਹੈ ਜੀ। ਉਹ ਕਹਿੰਦੇ ਮੈਂ ਵੀ ਚੌਂਕੀਦਾਰ। ਉਹ ਤਾਂ ਚੌਂਕੀਦਾਰ ਹੈ ਤਾਂ ਫਿਰ ਕੱਲ੍ਹ ਨੂੰ ਉਹ ਚੌਂਕੀਦਾਰ ਚੋਰ ਵੀ ਸੀ। ਉਹ ਮੈਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ। ਗੁਰੂ ਮਹਾਰਾਜ ਨੇ ਤੁਹਾਨੂੰ ਚੌਂਕੀਦਾਰੀ ਨਹੀਂ ਬਖਸ਼ੀ, ਉਹਨਾਂ ਨੇ ਪਾਤਸ਼ਾਹੀ ਬਖਸ਼ੀ ਹੈ। ਲੋਕ ਇਹ ਵੀ ਗੱਲਾਂ ਕਰਦੇ ਆ ਕਿ ਜਿਨ੍ਹਾਂ 'ਚ ਦਮ ਹੁੰਦਾ ਭਾਈ, ਉਹਨਾਂ ਦੇ ਲੀਡਰ ਬਾਹਰ ਆ ਜਾਂਦੇ ਹੁੰਦੇ। ਹੁਣ ਜੇ ਸਿਰਸੇ ਵਾਲੇ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਉਹਨਾਂ ਦੇ ਲੋਕਾਂ ਦੇ ਵਿੱਚ ਦਮ ਹੈ ਤੇ ਸਿਰਸੇ ਵਾਲਾ ਥੋੜ੍ਹੇ ਦਿਨਾਂ ਬਾਅਦ ਪਰੋਲ ਤੇ ਆ ਜਾਂਦਾ। ਕਹਿੰਦੇ ਸਿੱਖਾਂ ਦੇ ਵਿੱਚ ਹੁਣ ਜੇ ਦਮ ਹੋਵੇ ਤਾਂ ਬੰਦੀ ਸਿੰਘ ਤਾਂ ਬਾਹਰ ਆ ਜਾਣ। ਜਥੇਦਾਰ ਸਾਹਿਬ ਨੇ ਵੀ ਐਡੀ ਵੱਡੀ ਗੱਲ ਕਹੀ ਸੀ ਕਿ ਕਿਸੇ ਸਮੇਂ ਸਿੱਖਾਂ ਦਾ ਰੋਹਬ ਹੁੰਦਾ ਸੀ, ਹੁਣ ਸਾਨੂੰ ਲੇਲੜੀਆਂ ਕੱਢਣੀਆਂ ਪੈਂਦੀਆਂ ਉੱਥੇ ਜਾ ਕੇ, ਸਾਨੂੰ ਉਹਨਾਂ ਦੇ ਦਰਵਾਜ਼ੇ ਤੇ ਬਹਿਣਾ ਪੈਂਦਾ। ਸਿੱਖਾਂ ਦਾ ਉਹ ਰੋਹਬ ਨਹੀਂ ਰਿਹਾ। ਤੁਸੀਂ ਵੀ ਮੰਨਦੇ ਹੋ ਜੀ ਵੀ ਇਹ ਗੱਲ ਵਾਕਈ ਇੱਦਾਂ ਹੋਈ ਹੈ? ਜੇ ਤੁਹਾਡੀ ਸਟੇਟ ਹੋਵੇ ਨਾ ਤੇ ਫਿਰ ਬਗਾਨੇ ਮੁਲਕਾਂ ਤੇ ਵੀ ਰੋਹਬ ਹੁੰਦਾ। ਨਾ ਸਾਡੀ ਜਾਇਦਾਦਾਂ ਬਚੀਆਂ, ਨਾ ਸਾਡੀ ਸਿੱਖੀ ਬਚੀ, ਨਾ ਸਾਡੀ ਸ਼੍ਰੋਮਣੀ ਕਮੇਟੀ ਬਚੀ, ਨਾ ਸਾਡੇ ਗੁਰੂ ਸਾਹਿਬਾਂ ਦੀ ਇੱਜ਼ਤ ਬਚੀ। ਸਾਨੂੰ ਮਿਲਿਆ ਕੀ ਇਸ ਰਿਪਬਲਿਕ ਤੋਂ? ਸ਼੍ਰੋਮਣੀ ਕਮੇਟੀ ਤਾਂ ਕਹਿੰਦੇ ਹੈ ਸਿੱਖਾਂ ਦੇ ਅੰਡਰ। ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬਚੀ? ਸ਼੍ਰੋਮਣੀ ਕਮੇਟੀ ਤਾਂ ਆਪਣੇ ਆਪ ਦੇ ਵਿੱਚ ਸੁਤੰਤਰ ਆਰਗੇਨਾਈਜੇਸ਼ਨ ਹੈ। ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਕੋਈ ਤੰਗ ਨਹੀਂ ਕਰਦਾ, ਕੋਈ ਪਰੇਸ਼ਾਨ ਨਹੀਂ ਕਰਦਾ, ਕੋਈ ਇੰਟਰਫੇਅਰ ਨਹੀਂ ਕਰਦਾ। ਕਹਿੰਦੇ ਫਿਰ ਵੀ ਕਹਿਣ ਵਾਲੇ ਕਹੀ ਜਾਂਦੇ ਆ ਕਿ ਸ਼੍ਰੋਮਣੀ ਕਮੇਟੀ ਬਚੀ ਨਹੀਂ ਜੀ। ਬਾਦਲ ਸਾਹਿਬ ਕਹਿੰਦੇ ਅਸੀਂ ਤਾਂ ਜਿਹੜਾ ਕੀਤਾ ਸ਼੍ਰੋਮਣੀ ਕਮੇਟੀ ਦੇ ਲਈ, ਜੋ ਪੰਥ ਦੇ ਲਈ ਕੀਤਾ, ਉਹਦੀ ਕੋਈ ਮਿਸਾਲ ਹੀ ਕੋਈ ਨਹੀਂ ਜੀ। ਪੰਥ ਰਤਨ ਵਰਗੇ ਅਵਾਰਡ ਜਿਹੜੇ ਹੈਗੇ ਉਹਨਾਂ ਨੂੰ 1950 ਤੋਂ ਬਾਅਦ 8 ਵਾਰ ਇਲੈਕਸ਼ਨ ਕਿਉਂ ਸ਼੍ਰੋਮਣੀ ਕਮੇਟੀ ਦੀ ਹੋਈ ਹੈ, ਇਹਦਾ ਜਵਾਬ ਤੁਸੀਂ ਮੈਨੂੰ ਦੇ ਦਿਓ। ਜੇ ਸੁਪਰੀਮ ਹੈ, ਆਟੋਨਮਸ ਹੈ, ਆਪ ਦੀ ਇਲੈਕਸ਼ਨ ਦਾ ਸ਼੍ਰੋਮਣੀ ਕਮੇਟੀ ਆਪ ਕਰਾ ਨਹੀਂ ਸਕਦੀ, ਉਹ ਤਾਂ ਹਿੰਦੁਸਤਾਨ ਦੀ ਸਰਕਾਰ ਕਰਾਉਂਦੀ ਹੈ। ਕਾਂਗਰਸ ਨੇ ਜਿਹੜਾ ਸਾਡੇ ਨਾਲ ਕੀਤਾ, ਉਹਨੇ ਸਿੱਧੇ ਸਾਡੇ ਨਾਲ ਜੰਗ ਕੀਤਾ। ਇਹਨਾਂ ਨੇ ਅੰਦਰ ਵੜ ਕੇ ਸਾਡੀ ਟ੍ਰੈਡੀਸ਼ਨਸ ਦਾ, ਸਾਡੀ ਹਿਸਟਰੀ ਦਾ, ਸਾਡੇ ਆਉਣ ਵਾਲੀਆਂ ਨਸਲਾਂ ਦਾ, ਸਾਡੀ ਰਹਿਤ ਮਰਿਆਦਾ ਦਾ, ਸਭ ਦਾ ਕਾਂਡ ਕੀਤਾ। ਮਾਨ ਸਾਹਿਬ ਅਕਸਰ ਕਹਿੰਦੇ ਸੀ ਕਿ ਮੇਰੀ ਕੌਮ ਮੇਰਾ ਸਾਥ ਨਹੀਂ ਦਿੰਦੀ। ਬੀਤੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਦਾ ਸਾਥ ਦਿੱਤਾ ਹੈ। ਅੱਜ ਦਾ ਹੰਗਾਰਾ ਵੀ ਤੁਸੀਂ ਦੇਖਿਆ ਕਿ ਕੌਮ ਹੁਣ ਖੜੀ ਹੁੰਦੀ ਹੈ ਆਪਣੇ ਹੱਕਾਂ ਦੇ ਲਈ। ਲੋਕ ਆਉਂਦੇ, ਨੌਜਵਾਨ ਆਉਂਦੇ, ਸੰਗਤ ਪਹੁੰਚਦੀ ਹੈ ਜੀ। ਹੁਣ ਕੀ ਦੇਖਦੇ ਹੋ? ਬਦਲਾਅ ਦੇਖਦੇ ਹੋ ਕੁਝ ਆਉਣ ਵਾਲੇ ਸਮੇਂ ਦੇ ਵਿੱਚ? ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਸਤਨਾਮ ਸਿੰਘ ਆ। ਇਸ ਸਮੇਂ ਖੜੇ ਆ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ, ਜਿੱਥੇ ਕਿ ਮੋਰਚਾ ਲੱਗਿਆ ਹੋਇਆ। ਅੱਜ ਵੱਡਾ ਮਾਰਚ ਕੱਢਿਆ ਗਿਆ, ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ ਹੈ। ਸੋ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ
ਜਨਰਲ ਸੈਕਟਰੀ ਨੇ ਕੁਸ਼ਲਪਾਲ ਸਿੰਘ ਮਾਨ ਜੀ, ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ ਜੋ ਅੱਜ ਦਾ ਵਰਤਾਰਾ ਵਾਪਰਿਆ, ਜੋ ਐਲਾਨ ਕੀਤਾ ਗਿਆ ਸੀ ਉਸ ਹਿਸਾਬ ਨਾਲ ਨਿਬੜਿਆ ਸਾਰਾ ਕੁਝ? ਬਹੁਤ ਵਧੀਆ ਹੋਇਆ ਜੀ, ਚੜ੍ਹਦੀ ਕਲਾ ਹੋਈ ਹੈ। ਗੁਰੂ ਮਹਾਰਾਜ ਨੇ ਬੜੀ ਮਿਹਰ ਕੀਤੀ ਹੈ, ਸੰਗਤ ਇਕੱਠੀ ਹੋਈ ਹੈ, ਇਕਜੁੱਟ ਲਾਮਬੰਦ ਹੋਈ ਹੈ ਤੇ ਇਹ ਆਉਣ ਵਾਲੀ ਫਤਿਹ ਦੀ ਨਿਸ਼ਾਨੀ ਹੈ। ਸੰਗਤ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਆ, ਪਰ ਗੱਲ ਹੁੰਦੀ ਕਿ ਸਰਕਾਰ ਤੇ ਕਿੰਨਾ ਦਬਾਅ ਬਣੂਗਾ, ਅਸਰ ਕੀ ਹੋਊਗਾ? ਅਸਰ ਸਮਝਦੇ ਹੋ ਕਿ ਹੁਣ ਇਸ ਇਕੱਠ ਦਾ ਹੋਊਗਾ ਜਾਂ ਹੋਰ ਜ਼ਿਆਦਾ ਵੱਡੇ ਇਕੱਠ ਦੀ ਲੋੜ ਸੀ? ਨਹੀਂ, ਹਾਲੇ ਸੰਘਰਸ਼ ਕਰਨਾ ਪਊਗਾ, ਵਕਤ ਲੱਗੂਗਾ। ਦੇਖੋ, ਇਹ ਆਰਡੀਨਰੀ ਗੱਲ ਨਹੀਂ ਹੈਗੀ। ਇਹ ਜਿਹੜੇ ਸਾਡੇ ਬੰਦੀ ਸਿੰਘਾਂ ਨੇ, ਉਹਨਾਂ ਨੇ ਇੰਡੀਅਨ ਸਟੇਟ ਦੇ ਅਗੇਂਸਟ ਵਾਰ ਚਾਰਜ ਹੋਏ ਨਾ, ਵੇਜਿੰਗ ਵਾਰ ਅਗੇਂਸਟ ਦ ਸਟੇਟ ਆਫ ਇੰਡੀਆ, ਤੇ ਇਹ ਆਪਾਂ ਨੂੰ ਹੋਰ ਲਾਮਬੰਦ ਹੋਣਾ ਪਏਗਾ, ਸੰਘਰਸ਼ ਕਰਨਾ ਪਏਗਾ, ਔਰ ਸ਼ਾਇਦ ਲੰਮਾ ਸੰਘਰਸ਼ ਕਰਨਾ ਪਏਗਾ। ਸੋ ਬਟ ਅੱਜ ਇੱਕ ਸੁਨੇਹਾ ਚਲਾ ਗਿਆ ਵੀ ਅਸੀਂ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਦਾ ਜਿਹੜਾ ਬਲੀਫ ਹੈ, ਉਹਦੇ 'ਚ ਜਿਹੜਾ ਇਤਬਾਰ ਹੈ, ਉਹ ਪੰਜਾਬ ਨੂੰ ਔਰ ਪੰਥ ਨੂੰ ਹੈ ਨਹੀਂ। ਬਿਕੋਜ਼ ਇਹ ਆਪ ਇਹਨਾਂ ਨੇ ਸਾਨੂੰ ਇਸ ਪੁਆਇੰਟ ਤੇ ਧੱਕ ਲਿਆਂਦਾ ਹੈ ਭਈ ਸਾਡੀ ਟੋਟਲ ਰਿਜੈਕਸ਼ਨ ਹੈ ਇਹਨਾਂ ਦੇ ਇੰਡੀਅਨ ਕਨਸਟੀਟਿਊਸ਼ਨ ਦੀ। ਜਦੋਂ ਦਬਾਅ ਅਸੀਂ ਕਿਸੇ ਦੇ ਉੱਤੇ ਪਾਈਏ ਤਾਂ ਉਸ ਕਦਰ ਤੱਕ ਪਾਉਣਾ ਪੈਂਦਾ ਤਾਂ ਕਿ ਅਗਲਾ ਗੱਲ ਮੰਨ ਜਾਵੇ ਜੀ। ਪਰ ਹੁਣ ਜਿਹੜਾ ਹੈਗਾ ਪ੍ਰੋਗਰਾਮ, ਇਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਸੀ। ਹੁਣ ਇਹ ਤੋਂ ਵੱਡਾ ਇਹੋ ਜਿਹਾ ਕੀ ਪ੍ਰੋਗਰਾਮ ਦਿੱਤਾ ਜਾਵੇ, ਕੀ ਪ੍ਰੋਗਰਾਮ ਮੋਰਚਾ ਦੇਵੇਗਾ ਜਿਹਦੇ ਨਾਲ ਇਸ ਤੋਂ ਵੀ ਉੱਤੋਂ ਦੀ ਗੱਲ ਹੋਵੇ? ਮੋਰਚਾ ਪ੍ਰੋਗਰਾਮ ਇਹ ਆਗਾਜ਼ ਹੈ ਨਾ, ਇਬਤਦਾਏ ਇਸ਼ਕ ਹੈ। ਗੱਲ ਇਹ ਹੈ ਵੀ ਇੰਟਰਨੈਸ਼ਨਲ ਰੌਲਾ ਪਏਗਾ। ਤੁਹਾਨੂੰ ਯਾਦ ਹੈ ਆਪਾਂ ਨੂੰ ਜਦੋਂ ਸਪਟੈਂਬਰ 2021 ਦੇ ਵਿੱਚ ਮੋਦੀ ਗਿਆ ਹੈਗਾ ਆ ਨਿਊਯਾਰਕ, ਯੂਨਾਈਟਿਡ ਨੇਸ਼ਨਸ, ਉੱਥੇ ਸੰਗਤ ਨੇ ਉਹਦੀ ਕਾਫੀ ਨਾਅਰੇਬਾਜ਼ੀ ਕੀਤੀ, ਬੇਇੱਜ਼ਤੀ ਹੋਈ, ਫਿਰ ਆ ਕੇ ਇਹਨਾਂ ਨੇ ਫੈਸਲੇ ਲਏ। ਅਸੀਂ ਇਹਨੂੰ ਇੰਟਰਨੈਸ਼ਨਲ, ਜਦੋਂ ਤੱਕ ਕੌਮ ਬਾਹਰ ਜਾ ਕੇ, ਜਿੰਨੇ ਸਾਡੇ ਐਮਬੈਸੀਜ਼ ਨੇ ਇੰਡੀਆ ਦੀਆਂ, ਬਾਹਰੀਆਂ ਹਾਈ ਕਮਿਸ਼ਨਸ ਹੈ, ਉੱਥੇ ਜਦੋਂ ਇੰਡੀਆ ਦੇ ਨੁਮਾਇੰਦੇ ਬਾਹਰ ਜਾਂਦੇ ਆ, ਜਦੋਂ ਉੱਥੇ ਤੱਕ ਪ੍ਰੋਟੈਸਟ ਉਸ ਲੈਵਲ ਤੱਕ ਤੇ ਨਹੀਂ ਲੈ ਜਾਂਦੇ ਨਾ, ਜਦੋਂ ਇਹ ਇੰਟਰਨੈਸ਼ਨਲੀ ਜਵਾਬਦੇਹ ਹੋ ਜਾਣ, ਕਿਉਂਕਿ ਇਹ ਹਿਊਮਨ ਰਾਈਟ ਵਾਇਲੇਸ਼ਨ ਵੀ ਹੈ। ਜਦੋਂ ਇਹਨੂੰ ਅਸੀਂ ਇੰਟਰਨੈਸ਼ਨਲੀ ਇਸ ਲੈਵਲ ਤੇ ਲੈ ਜਾਾਂਗੇ ਵੀ ਸਾਡੀ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀ ਹੈ, ਉਸ ਪੁਆਇੰਟ ਤੇ ਆ ਕੇ ਮੇਰਾ ਖਿਆਲ ਹੈ ਮਜਬੂਰ ਹੋਣਗੇ। ਇਹਨਾਂ ਨੂੰ ਮਜਬੂਰ ਕਰਨਾ ਪਏਗਾ, ਇਹ ਕੋਈ ਆਮ ਮੰਗ ਨਹੀਂ ਹੈਗੀ। ਸੋ ਇਹਦੇ 'ਚ ਜੇ ਸੰਘਰਸ਼ ਲੰਮੇ ਦੀ ਤਿਆਰੀ ਰੱਖਣੀ ਚਾਹੀਦੀ ਹੈ। ਮਾਨ ਸਾਹਿਬ ਨੇ ਅੱਜ ਜਿਹੜੇ ਹੋਰ ਪ੍ਰੋਗਰਾਮ ਦਿੱਤੇ ਸੀ ਜੀ, ਉਹ ਇੱਕ ਥਾਂ ਇਕੱਠੇ ਕਿਉਂ ਨਹੀਂ ਸੀ ਹੋ ਸਕਦੇ? ਕੋਈ ਲੋਕ ਇਦਾਂ ਦੇ ਵੀ ਸਵਾਲ ਕਰਦੇ ਕਿ ਇੱਕੇ ਥਾਂ ਦਿੰਦੇ ਨਾ ਪ੍ਰੋਗਰਾਮ, ਕੌਮ ਦੇ ਇਕੱਠ ਦਾ ਜਿਹੜਾ ਸਬੂਤ ਮਿਲਦਾ, ਏਕਤਾ ਦਾ ਸਬੂਤ। ਕੌਮ ਦਾ ਇਕੱਠ ਇੱਕੋ ਥਾਂ, ਇੱਕ ਤਾਂ ਪ੍ਰੋਗਰਾਮ ਹਰ ਸਾਲ ਪੁਰਾਣੇ ਚੱਲਦੇ ਪਏ ਨੇ। ਦੂਸਰੀ ਗੱਲ ਹੈ, ਇਕੱਠ ਇੱਥੇ ਵੀ ਹੋਏ ਨੇ, ਇਕੱਠ ਉੱਥੇ ਵੀ ਹੋਏ ਨੇ। ਕੌਮ ਜਿਓਗ੍ਰਾਫਿਕਲੀ ਏਰੀਆ ਦੇਖੋ ਨਾ, ਵੰਡਿਆ ਹੋਇਆ ਸਟੇਟ ਨੂੰ 4 ਪਾਸੇ। ਪੁਆਧ ਦੇ ਇਲਾਕੇ 'ਚ ਅਸੀਂ ਇੱਥੇ ਹਾਂ, ਮਾਲਵੇ 'ਚ ਬਰਗਾੜੀ ਹੈ, ਦੁਆਬੇ 'ਚ ਜਲੰਧਰ ਹੈ, ਤੇ ਮਾਝੇ 'ਚ ਤਰਨਤਾਰਨ ਹੈ। ਠੀਕ ਹੈ, ਸੋ ਕੌਮ ਨੂੰ ਹਰ ਪਾਸਿਓਂ ਲਾਮਬੰਦ ਕਰਨਾ ਪਏਗਾ। ਇੱਥੇ ਸਾਡੀ ਇਹ ਤਾਂ ਨਹੀਂ, ਪਾਰਟੀ ਦੀ ਪੂਰੀ ਸ਼ਮੂਲੀਅਤ ਹੈ, ਮੇਰੀ ਡਿਊਟੀ ਲੱਗੀ ਹੋਈ ਹੈ, ਮੈਂ ਰੋਜ਼ ਇੱਥੇ ਹਾਜ਼ਰੀ ਭਰਦਾ, ਸਾਡਾ ਪੱਕਾ ਮੋਰਚਾ ਇੱਥੇ। ਸੋ ਇਹ ਨਹੀਂ ਹੈਗਾ, ਗੱਲ ਇਹ ਕਿ ਹਰ ਪਾਸਿਓਂ ਲਾਮਬੰਦ ਕਰਨਾ ਪਏਗਾ, ਮਾਝੇ ਮਾਲਵੇ ਦੁਆਬੇ 'ਚੋਂ ਕੌਮ ਨੂੰ ਤੇ ਪ੍ਰੇਰਿਤ ਕਰਕੇ ਲਿਆਉਣਾ ਪਏਗਾ। ਤੁਸੀਂ ਕਹਿੰਦੇ ਹੋ ਕਿ ਅਸੀਂ ਕੌਮ ਨੂੰ ਲਾਮਬੰਦ ਕਰ ਰਹੇ ਹੋ, ਚਾਰੇ ਪੰਜਾਬ ਦੇ ਖੁੰਝਾਂ ਦੇ ਵਿੱਚ ਬੈਠੇ ਆ, ਮਾਝਾ ਮਾਲਵਾ ਦੁਆਬਾ ਸਾਰਾ ਲਾਮਬੰਦ ਕਰ ਰਹੇ ਆ, ਦੂਜੇ ਪਾਸੇ ਉਹਨਾਂ ਨੂੰ ਤਾਂ ਫਰਕ ਇੰਨਾ ਕਿ ਨਹੀਂ ਪੈ ਰਿਹਾ, ਉਹ ਕਹਿੰਦੇ ਅਸੀਂ ਤਾਂ ਤੁਹਾਡੀ ਝਾਕੀ ਤੱਕ ਦੀ ਪਰਵਾਹ ਨਹੀਂ ਕਰਦੇ, ਪੰਜਾਬ ਦੀ ਝਾਕੀ ਕੱਢ ਕੇ ਮਾਰੀ ਜੀ ਬਾਹਰ। ਉਹ ਨਹੀਂ ਕਰਦੇ, ਇਹ ਬਿਲਕੁਲ ਠੀਕ ਹੈ, ਉਹ ਤੁਹਾਡੀ ਪਰਵਾਹ ਨਹੀਂ ਕਰਦੇ। ਉਹ ਤੁਹਾਨੂੰ, ਅੱਜ ਮੈਂ ਦੇਖ ਰਿਹਾ ਸੀ ਸਵੇਰੇ, ਇਹਨੇ ਜਿਹੜਾ ਉਹ ਅਮਰ ਜਵਾਨ ਜੋਤੀ ਤੇ ਜਾ ਕੇ ਮੋਦੀ ਨੇ ਸਲੂਟ ਕੀਤਾ ਹੈ, ਨਾਲ ਸ਼ਾਇਦ ਸਿੱਖ ਐਲਆਈ ਖੜੀ ਕੀਤੀ ਵੀ ਸੀ। ਠੀਕ ਹੈ, ਅੱਜ 2-3 ਇਹਨਾਂ ਨੇ ਸਿੱਖ ਅਫਸਰ ਵੀ ਪਰੇਡ ਦਿਖਾਏ ਨੇ, ਜੋ ਪਹਿਲਾਂ ਕਦੀ ਨਹੀਂ ਸੀ ਹੋਇਆ। ਉਹ ਤੁਹਾਨੂੰ ਚੌਕੀਦਾਰ ਰੱਖਣਾ ਚਾਹੁੰਦੇ ਆ। ਤੁਸੀਂ ਆਪਦੇ ਪਿੰਡ 'ਚ ਜਿਹੜਾ ਚੌਕੀਦਾਰ ਜਿਹਨੂੰ ਰੱਖੋ, ਉਹਨੂੰ ਸਰਪੰਚ ਬਣਾ ਲਓਗੇ? ਚੌਕੀਦਾਰ ਦੀ ਹੈਸੀਅਤ ਹੀ ਚੌਕੀਦਾਰ ਰੱਖਣਾ ਚਾਹੁੰਦੇ ਹੋ। ਪਰ ਬਹੁਤ ਸਾਰੇ ਲੋਕ ਤਾਂ ਚੌਕੀਦਾਰ ਬਣ ਕੇ ਵੀ ਖੁਸ਼ ਹੈ ਜੀ। ਮੋਦੀ ਸਾਹਿਬ ਤਾਂ ਸਗੋਂ ਆਪ ਕਹਿੰਦੇ ਵੀ ਮੈਂ ਚੌਕੀਦਾਰ ਹੈ ਜੀ। ਸਾਡੇ ਲੋਕ ਵੀ ਪੱਗਾਂ ਬੰਨ੍ਹ ਕੇ ਬੀਜੇਪੀ 'ਚ ਵੀ ਸ਼ਾਮਲ ਹੋ ਰਹੇ ਆ, ਚੌਕੀਦਾਰ ਬਣ ਕੇ ਵੀ ਖੁਸ਼ ਹੈ ਜੀ। ਉਹ ਕਹਿੰਦੇ ਮੈਂ ਵੀ ਚੌਕੀਦਾਰ। ਉਹ ਤਾਂ ਚੌਕੀਦਾਰ ਹੈ ਤਾਂ ਫਿਰ ਕੱਲ ਨੂੰ ਉਹ ਚੌਕੀਦਾਰ ਚੋਰ ਵੀ ਸੀ, ਉਹ ਮੈਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ। ਬਟ ਤੁਸੀਂ ਜਦ ਤੱਕ, ਮੇਰਾ ਇਹ ਭਾਵ ਹੈ, ਰਾਜ ਭਾਗ ਦੇ ਸੈਂਟਰ
ਸੈਂਟਰ 'ਚ ਨਹੀਂ ਆਉਂਦੇ, ਤੁਸੀਂ ਜਦੋਂ ਤੱਕ ਰਾਜ ਤੁਹਾਡੇ ਹੱਥ 'ਚ ਨਹੀਂ ਆਉਂਦਾ, ਜਦੋਂ ਤੱਕ ਤੁਸੀਂ ਇਹ ਫੈਸਲਾ ਨਹੀਂ ਕਰ ਸਕਦੇ ਭਈ ਸਾਡੇ ਜਿਹੜਾ ਕੋਈ ਸਾਡਾ ਬੰਦੀ ਹੈ ਉਹਨੂੰ ਗੈਰ ਕਾਨੂੰਨੀ ਕਿਵੇਂ ਰੱਖਿਆ ਹੋਇਆ ਹੈ। ਤੁਸੀਂ ਅੱਜ ਕਚਹਿਰੀ ਚਲ ਜਾਓ, ਕਚਹਿਰੀ ਗੱਲ ਮੰਨ ਲੂਗੀ ਤੁਹਾਡੀ, ਕਿਸੇ ਨੇ ਨਹੀਂ ਮੰਨਣੀ। ਜਦੋਂ ਤੱਕ ਤੁਹਾਡਾ ਇੰਨਾ ਪ੍ਰਭਾਵ ਹਕੂਮਤ ਤੇ ਨਾ ਹੋਵੇ ਉਦੋਂ ਤੱਕ ਤੁਹਾਡੀ ਹੈਸੀਅਤ ਸਿਰਫ ਚੌਕੀਦਾਰ ਦੀ ਹੈ, ਰਾਜ ਦੀ ਹੈ ਨਹੀਂ। ਅਸੀਂ ਰਾਜ, ਗੁਰੂ ਮਹਾਰਾਜ ਨੇ ਤੁਹਾਨੂੰ ਚੌਕੀਦਾਰੀ ਨਹੀਂ ਬਖਸ਼ੀ, ਉਹਨਾਂ ਨੇ ਪਾਤਸ਼ਾਹੀ ਬਖਸ਼ੀ ਹੈ। ਉਹਨਾਂ ਨੇ ਕਿਹਾ ਇਨ ਗਰੀਬ ਸਿੱਖੋਂ ਕੋ ਦਿਓ ਪਾਤਸ਼ਾਹੀ, ਪਰ ਅਸੀਂ ਚੌਕੀਦਾਰ ਬਣ ਕੇ ਰਹਿ ਗਏ ਹਾਂ। ਆਹ ਫਰਕ ਹੈ। ਲੋਕ ਇਹ ਵੀ ਗੱਲਾਂ ਕਰਦੇ ਆ ਕਿ ਜਿਨ੍ਹਾਂ 'ਚ ਦਮ ਹੁੰਦਾ ਭਾਈ ਉਹਨਾਂ ਦੇ ਲੀਡਰ ਬਾਹਰ ਆ ਜਾਂਦੇ ਹੁੰਦੇ। ਹੁਣ ਜੇ ਸਿਰਸੇ ਵਾਲੇ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਉਹਨਾਂ ਦੇ ਲੋਕਾਂ ਦੇ ਵਿੱਚ ਦਮ ਹੈ ਤੇ ਸਿਰਸੇ ਵਾਲਾ ਥੋੜੇ ਦਿਨਾਂ ਬਾਅਦ ਪਰੋਲ ਤੇ ਆ ਜਾਂਦਾ ਹੈ। ਕਹਿੰਦੇ ਸਿੱਖਾਂ ਦੇ ਵਿੱਚ ਹੁਣ ਜੇ ਦਮ ਹੋਵੇ ਤਾਂ ਬੰਦੀ ਸਿੰਘ ਤਾਂ ਬਾਹਰ ਆ ਜਾਣ। ਜਥੇਦਾਰ ਸਾਹਿਬ ਨੇ ਵੀ ਐਡੀ ਵੱਡੀ ਗੱਲ ਕਹੀ ਸੀ ਕਿ ਕਿਸੇ ਸਮੇਂ ਸਿੱਖਾਂ ਦਾ ਰੋਹਬ ਹੁੰਦਾ ਸੀ, ਹੁਣ ਸਾਨੂੰ ਲੇਲੜੀਆਂ ਕੱਢਣੀਆਂ ਪੈਂਦੀਆਂ ਉੱਥੇ ਜਾ ਕੇ, ਸਾਨੂੰ ਉਹਨਾਂ ਦੇ ਦਰਵਾਜ਼ੇ ਤੇ ਬਹਿਣਾ ਪੈਂਦਾ। ਸਿੱਖਾਂ ਦਾ ਉਹ ਰੋਹਬ ਨਹੀਂ ਰਿਹਾ। ਤੁਸੀਂ ਵੀ ਮੰਨਦੇ ਹੋ ਜੀ ਵੀ ਇਹ ਗੱਲ ਵਾਕਈ ਇਦਾਂ ਹੋਈ ਹੈ? ਕਿਉਂਕਿ ਤੁਹਾਡੇ ਕੋਲ ਸਟੇਟ ਹੈ ਨਹੀਂ, ਸਟੇਟ ਪਾਵਰ ਹੈ ਨਹੀਂ। ਜਦੋਂ ਸਿੱਖਾਂ ਦਾ ਰੋਹਬ ਹੁੰਦਾ ਸੀ ਨਾ ਉਦੋਂ ਸਰਕਾਰੇ ਖਾਲਸਾ ਹੁੰਦੀ ਸੀ। ਜੇ ਤੁਹਾਡੀ ਸਟੇਟ ਹੋਵੇ ਨਾ ਤੇ ਫਿਰ ਬਗਾਨੇ ਮੁਲਕਾਂ ਤੇ ਵੀ ਰੋਹਬ ਹੁੰਦਾ। ਤੁਹਾਡੀ ਤਾਂ ਤੁਸੀਂ ਤਾਂ ਗੁਲਾਮੀ 'ਚ ਇੰਨੇ ਬੁਰੀ ਤਰ੍ਹਾਂ ਜਕੜ ਗਏ ਹੋ। ਤੁਸੀਂ ਆਰਥਿਕ ਤੌਰ ਤੇ ਗੁਲਾਮ ਹੋ, ਤੁਸੀਂ ਮਾਨਸਿਕ ਤੌਰ ਤੇ ਗੁਲਾਮ ਹੋ, ਤੁਸੀਂ ਕਾਨੂੰਨੀ ਤੌਰ ਤੇ ਗੁਲਾਮ ਹੋ। 150 ਸਾਲ ਦੀ ਗੁਲਾਮੀ ਨੇ ਤੁਹਾਨੂੰ ਬਿਲਕੁਲ ਖਤਮ ਕਰਤਾ ਔਰ ਇਹ ਪਿਛਲੇ 75 ਸਾਲ 'ਚ ਤੁਹਾਨੂੰ ਆਰਥਿਕ ਵੀ ਮਾਰਤਾ ਔਰ ਤੁਹਾਨੂੰ ਮਾਨਸਿਕ ਵੀ ਮਾਰਤਾ। ਤੁਸੀਂ ਦੇਖੋ ਸਾਡੇ ਜਿਹੜੇ ਬਹੁਤੇ ਲੋਕ ਪਾਕਿਸਤਾਨ ਵਾਲੇ ਜਿਹੜੇ ਲਹਿੰਦੇ ਪੰਜਾਬ 'ਚ ਆਏ ਨੇ, ਸਾਹਿਬੇ ਜਾਇਦਾਦ ਸੀ, ਆਪਣਾ ਘਰ-ਬਾਰ ਛੱਡ ਕੇ ਆਏ। ਕਾਹਦੇ ਵਾਸਤੇ ਆਏ? ਸਿੱਖੀ ਬਚਾਉਣ ਲਈ ਆਏ। ਜੇ ਮੁਸਲਮਾਨ ਬਣ ਜਾਂਦੇ ਉੱਥੇ ਰਹਿ ਜਾਂਦੇ। ਸਭ ਕੁਝ ਵਾਰਤਾ ਸਿੱਖੀ ਪਿੱਛੇ। ਇੱਥੇ ਆ ਕੇ ਕੀ ਹੋਇਆ? ਸਿੱਖੀ ਵੀ ਨਹੀਂ ਬਚੀ। ਸੋ ਇਦੋਂ ਜ਼ਿਆਦਾ ਸਾਡੀ ਦੁਰਗਤੀ ਕੀ ਹੋ ਸਕਦੀ? ਨਾ ਸਾਡੇ ਜਾਇਦਾਦਾਂ ਬਚੀਆਂ, ਨਾ ਸਾਡੀ ਸਿੱਖੀ ਬਚੀ, ਨਾ ਸਾਡੀ ਸ਼੍ਰੋਮਣੀ ਕਮੇਟੀ ਬਚੀ, ਨਾ ਸਾਡੇ ਗੁਰੂ ਸਾਹਿਬਾਂ ਦੀ ਇੱਜ਼ਤ ਬਚੀ। ਸਾਨੂੰ ਮਿਲਿਆ ਕੀ ਇਸ ਰਿਪਬਲਿਕ ਤੋਂ? ਸ਼੍ਰੋਮਣੀ ਕਮੇਟੀ ਤਾਂ ਕਹਿੰਦੇ ਹੈ ਸਿੱਖਾਂ ਦੇ ਅੰਡਰ। ਸ਼੍ਰੋਮਣੀ ਕਮੇਟੀ ਕਿਉਂ ਨਹੀਂ ਬਚੀ? ਸ਼੍ਰੋਮਣੀ ਕਮੇਟੀ ਤਾਂ ਆਪਣੇ ਆਪ ਦੇ ਵਿੱਚ ਸੁਤੰਤਰ ਆਰਗੇਨਾਈਜੇਸ਼ਨ ਹੈ। ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਕੋਈ ਤੰਗ ਨਹੀਂ ਕਰਦਾ, ਕੋਈ ਪਰੇਸ਼ਾਨ ਨਹੀਂ ਕਰਦਾ, ਕੋਈ ਇੰਟਰਫੇਅਰ ਨਹੀਂ ਕਰਦਾ। ਕਹਿੰਦੇ ਫਿਰ ਵੀ ਕਹਿਣ ਵਾਲੇ ਕਹੀ ਜਾਂਦੇ ਆ ਕਿ ਸ਼੍ਰੋਮਣੀ ਕਮੇਟੀ ਬਚੀ ਨਹੀਂ ਜੀ। ਬਾਦਲ ਸਾਹਿਬ ਕਹਿੰਦੇ ਅਸੀਂ ਤਾਂ ਜਿਹੜਾ ਕੀਤਾ ਸ਼੍ਰੋਮਣੀ ਕਮੇਟੀ ਦੇ ਲਈ, ਜੋ ਪੰਥ ਦੇ ਲਈ ਕੀਤਾ, ਉਹਦੀ ਕੋਈ ਮਿਸਾਲ ਹੀ ਕੋਈ ਨਹੀਂ ਜੀ। ਪੰਥ ਰਤਨ ਵਰਗੇ ਅਵਾਰਡ ਜਿਹੜੇ ਹੈਗੇ ਉਹਨਾਂ ਨੂੰ ਮਿਲੇ। 1950 'ਚ ਇਹ ਕਨਸਟੀਟਿਊਸ਼ਨ ਲੱਗਦਾ। ਅੱਜ 17ਵੀਂ ਇੰਡੀਅਨ ਪਾਰਲੀਮੈਂਟ ਹੈ। 1950 ਤੋਂ ਬਾਅਦ 8 ਵਾਰ ਇਲੈਕਸ਼ਨ ਕਿਉਂ ਸ਼੍ਰੋਮਣੀ ਕਮੇਟੀ ਦੀ ਹੋਈ ਹੈ? ਇਹਦਾ ਜਵਾਬ ਤੁਸੀਂ ਮੈਨੂੰ ਦੇ ਦਿਓ। ਜੇ ਸੁਪਰੀਮ ਹੈ, ਆਟੋਨਮਸ ਹੈ, ਆਪਦੀ ਇਲੈਕਸ਼ਨ ਦਾ ਸ਼੍ਰੋਮਣੀ ਕਮੇਟੀ ਆਪ ਕਰਾ ਨਹੀਂ ਸਕਦੀ। ਉਹ ਤਾਂ ਹਿੰਦੁਸਤਾਨ ਦੀ ਸਰਕਾਰ ਕਰਾਉਂਦੀ ਹੈ। ਆਟੋਨਮਸ ਕਿੱਥੋਂ ਹੈ? ਸਿੱਖਾਂ ਕੋਲੇ ਆਪਦੀ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕਰਾਉਣ ਦੀ ਵੀ ਪਾਵਰ ਹੈ ਨਹੀਂ ਇਸ ਹਕੂਮਤ 'ਚ, ਇਸ ਕਨਸਟੀਟਿਊਸ਼ਨ 'ਚ। ਆਪਾਂ ਕਿਉਂ ਨਹੀਂ ਇਹ ਸਮਝਦੇ? ਤੁਹਾਡੀ ਪੰਜਾਬ ਸਟੇਟ ਕੋਲ ਹੈ ਨਹੀਂ। ਤੁਹਾਡੇ 19 ਸਾਲਾਂ 'ਚ ਤੁਸੀਂ 3 ਰਾਜਧਾਨੀਆਂ ਗਵਾਈਆਂ, ਲਾਹੌਰ, ਸ਼ਿਮਲਾ, ਚੰਡੀਗੜ੍ਹ। 55 ਸਾਲ 'ਚ ਤੁਸੀਂ ਬਿਨਾਂ ਰਾਜਧਾਨੀ ਤੋਂ ਇੱਕੋ ਹੀ ਸਟੇਟ ਹੈ। ਤੁਸੀਂ 2 ਜੰਗਾਂ ਲੜ ਕੇ ਦਿੱਤੀਆਂ, 2 ਜਰਨੈਲ ਸੀ। ਜਨਰਲ ਹਰਬਖਸ਼ ਸਿੰਘ ਜਿਹਨੇ 65 ਦੀ ਜਿੱਤ ਕੀਤੀ ਤੇ 71 ਜਨਰਲ ਅਰੋੜਾ। ਉਹ ਫੋਟੋ ਦੇਖੀ ਹੋਣੀ ਹੈ ਜਦੋਂ ਜਨਰਲ ਨਿਆਜ਼ੀ ਵਾਲੀ, ਕਿਸੇ ਨੂੰ ਫੌਜ ਦਾ ਜਰਨੈਲ ਬਣਾਇਆ ਜਿਨ੍ਹਾਂ ਨੇ ਜੰਗਾਂ ਜਿੱਤੀਆਂ। ਸਵਾਲ ਬੜੇ ਸਿੰਪਲ ਨੇ। ਐਸਜੀਪੀਸੀ ਨੂੰ ਤੁਸੀਂ ਸਮਝਦੇ ਹੋ ਕਿ ਐਸਜੀਪੀਸੀ ਵੀ ਪੁਰਜੋਰ ਯਤਨ ਕਰ ਰਹੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ? ਉਹਨਾਂ ਨੇ ਵੀ ਕਾਲੇ ਚੋਲੇ ਪਾ ਕੇ ਮਾਰਚ ਕੀਤੇ ਜੀ, ਉਹਨਾਂ ਵੱਲੋਂ ਵੀ ਦਸਤਖਤ ਮੁਹਿੰਮ ਚਲਾਈ ਜਾ ਰਹੀ ਆ। ਜੇ ਇਹ ਸੰਘਰਸ਼ ਸਾਂਝਾ ਹੈ ਤਾਂ ਐਸਜੀਪੀਸੀ ਦਾ ਰੋਲ ਇਹਦੇ ਵਿੱਚ ਕਿੱਥੇ ਦੇਖਦੇ ਹੋ? ਸ਼੍ਰੋਮਣੀ ਕਮੇਟੀ ਮੈਨੂੰ ਇੱਕ ਗੱਲ ਦੱਸੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦਾ ਪ੍ਰਬੰਧ ਜਿਨ੍ਹਾਂ ਕੋਲੇ ਹੈਗਾ ਉਹ ਸੁਹਿਰਦ ਧਿਰ ਨਹੀਂ ਹੈਗੀ। ਆਪਾਂ ਦੇਖੋ ਉਹ ਕਿੰਨੇ ਸਾਲ ਪਾਵਰ 'ਚ ਰਹੇ ਨੇ। ਪਿਛਲੇ 25 ਸਾਲਾਂ 'ਚ ਉਹ 15 ਸਾਲ ਪਾਵਰ 'ਚ ਰਹੇ ਨੇ। ਉਹਨਾਂ ਨੇ ਇੱਕ ਚਿੱਠੀ ਵੀ ਕਦੀ ਕਿਸੇ ਨੂੰ ਲਿਖੀ ਹੋਵੇ ਵੈਨ ਦੇ ਵਰ ਇਨ ਪਾਵਰ? ਠੀਕ ਹੈ, ਫਿਰ ਤਾਂ ਉਹਨਾਂ ਨੂੰ ਸੁਹਿਰਦ ਮੰਨ ਲਈਏ। ਜਦੋਂ ਉਹਨਾਂ ਕੋਲੇ ਪਾਵਰ ਸੀ ਉਦੋਂ ਤਾਂ ਉਹਨਾਂ ਨੂੰ ਯਾਦ ਨਹੀਂ ਸੀ। 2015 'ਚ ਤਾਂ ਸਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਾਤਲ ਹਵਾਰਾ। ਪਰ ਹੁਣ ਤਾਂ ਉਹ ਗੀਤ ਵੀ ਗਾਉਂਦੇ ਨਜ਼ਰ ਆਏ ਨਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ। ਹੁਣ ਜਿਸ ਦਿਨ ਹੱਥ 'ਚ ਤਾਕਤ ਸੀ ਉਹ ਦਿਨ ਕੀ ਕੀਤਾ?
ਉਹੀ ਤਾਂ ਗੱਲ ਕਰਦੇ ਆ, ਉਹ ਦਿਨ ਕਾਤਲ ਹਵਾਰਾ ਸੀ ਜਿਸ ਦਿਨ ਹੱਥ 'ਚ ਤਾਕਤ ਸੀ, ਤੇ ਫਿਰ ਸੁਹਿਰਦ ਕਿੱਥੋਂ ਹੈ? ਅੱਜ ਜਦੋਂ ਦੇਖਦੇ ਨੇ ਜਿਹੜੀ ਪੰਥਕ ਜ਼ਮੀਨ ਹੈ ਉਹਨਾਂ ਦੇ ਜ਼ਮੀਨ ਥੱਲੇ ਖਿਸਕ ਗਈ ਹੈ, ਕੌਮ ਨੂੰ ਸਮਝ ਆ ਗਈ ਹੈ ਵੀ ਇਹ ਕਿਵੇਂ ਨੇ, ਉਦੋਂ ਉਹਨਾਂ ਨੂੰ ਸਭ ਪੰਥ ਯਾਦ ਆ ਜਾਂਦਾ ਹੈ। ਉਦੋਂ ਉਹ ਗੀਤ ਵੀ ਗਾਉਂਦੇ ਨੇ, ਭਾਈ ਸਤਵੰਤ ਸਿੰਘ ਦੇ ਘਰ ਵੀ ਜਾਂਦੇ ਨੇ, ਉਦੋਂ ਸਾਰਾ ਕੁਝ ਹੁੰਦਾ ਹੈ। ਪਰ ਜਿੱਦਣ ਤਾਕਤ ਸੀ, ਤੁਸੀਂ ਕੌਮ ਲਈ ਕਰਨ ਜੋਗੇ ਸੀ ਕੁਛ, ਉਦੋਂ ਕੀ ਗੀਤ ਗਾਇਆ। ਸਾਰ ਸਿਮਰਨਜੀਤ ਸਿੰਘ ਮਾਨ ਨੇ ਤਾਂ ਸਾਰੇ ਬੰਦੀ ਸਿੰਘਾਂ ਦੀ ਲਿਸਟ ਦੇ ਕੇ ਸਾਰਾ ਕੁਝ ਪਾਰਲੀਮੈਂਟ 'ਚ ਦੱਸਿਆ। ਸਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ 'ਚ ਨਾਮ ਲਿਆ, ਬਾਹਰ ਖੜ ਕੇ ਤਾਂ ਜ਼ਰੂਰ ਗੀਤ ਗਾ ਲਏ। ਪਾਰਲੀਮੈਂਟ ਦੀ ਅੰਦਰ ਦੀ ਪ੍ਰੋਸੀਡਿੰਗ ਸੌਰੀ। ਸੋ ਜੇ ਸੁਹਿਰਦ ਨੇ ਨਾ, ਤੇ ਫਿਰ ਸੁਹਿਰਦਤਾ ਦਿਸਦੀ ਹੈ ਔਰ ਕਰਤੂਤਾਂ 'ਚੋਂ ਦਿਸਦੀ ਹੈ। ਉਹਨਾਂ ਨੂੰ ਤਾਂ ਇੱਕੋ ਹੀ ਹੈ ਵੀ ਅਸੀਂ ਪਾਵਰ 'ਚ ਕਿਵੇਂ ਰਹਿਣਾ। ਉਹ ਫਿਰ ਕੌਮ ਨੂੰ ਬੇਵਕੂਫ ਬਣਾਉਣਾ ਚਾਹੁੰਦੇ, ਪਰ ਕੌਮ ਇੱਕ ਅਵੇਕਨਿੰਗ ਆ ਚੁੱਕੀ, ਉਹਨਾਂ ਦੀ ਪਤਾ ਲੱਗ ਗਿਆ। ਦੂਜੀ ਗੱਲ, ਉਹਨਾਂ ਨੇ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕੀਤਾ ਹੋਵੇ, ਗੁਰੂ ਆਪ ਹੀ ਬਰਾਬਰ ਕਰ ਦੇਣਾ। ਇਹ ਤਾਂ ਉਹਨਾਂ ਨੇ ਆਪ ਵੀ ਕਿਹਾ ਸੀ ਨਾ ਜਾ ਕੇ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਗੁਰੂ ਸਾਹਿਬ ਉਹਨਾਂ ਦਾ ਸਾਰਿਆਂ ਦਾ ਹਿਸਾਬ ਕਿਤਾਬ ਕਰਨ। ਬੀਬਾ ਬਾਦਲ ਹੋਰਾਂ ਨੇ ਜਾ ਕੇ ਉੱਥੇ ਕਿਹਾ, ਤੁਹਾਡੇ ਸਾਹਮਣੇ ਹੋਇਆ। ਪਰ ਆਪਣੇ ਆਪ ਨੇ ਜੇ ਕੀਤਾ ਹੋਵੇ ਫਿਰ ਤਾਂ ਨਹੀਂ ਕੋਈ ਇਦਾਂ ਕਹਿੰਦਾ। ਤੁਹਾਨੂੰ ਕੀ ਲੱਗਦਾ ਗੁਰੂ ਸਾਹਿਬ ਨੂੰ ਉਹਨਾਂ ਦਾ ਵਿਸ਼ਵਾਸ ਨਹੀਂ ਕਿ ਇਦਾਂ ਕਿਹੜਾ ਹੋਣਾ ਕਹਿ ਦਈਏ? ਦੇਖੋ, ਮੈਂ ਇਹਦੇ ਵਿੱਚ ਉਹਨਾਂ ਦੇ ਰਾਜ ਭਾਗ 'ਚ ਹੋਇਆ। ਜਿਸ ਆਦਮੀ ਨੇ ਸ਼ਿਕਾਰ ਖੇਡਿਆ, ਜੇ ਪੰਥਕ ਸਰਕਾਰ ਉਹਨੂੰ ਡੀਜੀਪੀ ਬਣਾਉਂਦੀ ਹੈ, ਸੁਮੇਧ ਸਿੰਘ ਸੈਣੀ ਨੂੰ 4 ਸਾਲ ਦੇ ਬੱਚੇ ਉਹਨੇ ਮਾਰੇ, ਠੀਕ ਹੈ, 4 ਸਾਲ ਦਾ ਬੱਚਾ ਮਾਰ ਦੇਣਾ, ਅੱਗ ਜਿਉਂਦੇ ਸਿੱਖਾਂ ਦੇ ਘਰਾਂ 'ਚ ਲਾਤੀ, ਉਹਨਾਂ ਨੇ ਡੀਜੀਪੀ ਬਣਾਇਆ ਕਿ ਨਹੀਂ ਬਣਾਇਆ? ਫਿਰ ਉਹ ਅਫਸਰ ਕੋਈ ਨਹੀਂ ਸੀ ਲੱਭਿਆ ਹੋਰ। ਉਸੇ ਦੇ ਰਾਜ 'ਚ ਗੋਲੀ ਚੱਲੀ, ਸਿੰਘ ਸ਼ਹੀਦ ਹੋਏ, ਉਸੇ ਦੇ ਰਾਜ 'ਚ ਬੇਅਦਬੀ ਹੋਈ। ਇਹ ਇੱਕ ਐਡਮਿਨਿਸਟ੍ਰੇਸ਼ਨ ਦਾ ਪਾਰਟ ਹੁੰਦਾ ਹੈ। ਮੈਂ ਕੱਲ੍ਹ ਵੀ ਪਰਸੋਂ ਕਿਸੇ ਨੂੰ ਕਿਹਾ ਸੀ, ਇੱਥੇ ਗੱਲ ਹੋਈ, ਮੈਂ ਕਿਹਾ ਜਿਹੜੇ ਝੂਠੇ ਪੁਲਿਸ ਮੁਕਾਬਲੇ ਸੀ ਉਹ ਕਿਵੇਂ ਖਤਮ ਹੋਏ? ਉਹ ਬੇਅੰਤ ਸਿੰਘ ਦੇ ਕਤਲ ਨਾਲ ਖਤਮ ਹੋਏ। ਉਦੋਂ ਬਾਅਦ ਜਿਹੜੀ ਵੀ ਧਿਰ ਆਈ ਉਹਨੇ ਕਿਹਾ ਆਹ ਕੰਮ ਬੰਦ ਕਰ ਦਿਓ। ਸੋ ਜਿਹੜੀ ਉੱਪਰ ਐਡਮਿਨਿਸਟ੍ਰੇਸ਼ਨ ਹੁੰਦਾ ਨਾ, ਉਹਦਾ ਇੱਕ ਥਾਟ ਪ੍ਰੋਸੈਸ ਹੁੰਦਾ, ਹਾਊ ਟੂ ਮੈਨੇਜ ਦਾ ਸਟੇਟ। ਸੋ ਉਹਦੇ ਵਿੱਚ ਇਹ ਉਹਦਾ ਪਾਰਟ ਸੀਗੇ। ਮਹਾਰਾਜ ਦੀ ਬੇਅਦਬੀ ਹੋਈ, ਸਰਸੇ ਸਾਧ ਨੂੰ ਇਹਨਾਂ ਨੇ ਮਾਫੀ ਦਿੱਤੀ, ਇਹ ਕੋਈ ਛੜਯੰਤਰ ਦਾ ਪਾਰਟ ਸੀ। ਪਰ ਅਕਾਲੀ ਦਲ ਦੀ ਤਾਂ ਹੁਣ ਪਿੱਛੇ ਪ੍ਰੈਸ ਕਾਨਫਰੰਸ ਹੋਈ, ਉਹ ਕਹਿੰਦੇ ਕਿ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸਰਸੇ ਵਾਲੇ ਦਾ, ਉਹ ਤਾਂ ਬੀਜੇਪੀ ਦੇ ਨਾਲ ਸਾਂਝ ਸੀ, ਅੱਜ ਵੀ ਬੀਜੇਪੀ ਦੇ ਨਾਲ। ਇਹ ਅਕਾਲੀ ਦਲ ਤਾਂ ਕਦੇ ਗਿਆ ਹੀ ਨਹੀਂ। ਮੇਰੀ ਗੱਲ ਸੁਣ ਲਓ, ਇਹਨਾਂ ਦੀ ਸਾਂਝ ਕਿਹਦੇ ਨਾਲ ਸੀ? 97 ਦੀ ਇਲੈਕਸ਼ਨ ਕਿਵੇਂ ਜਿੱਤੀ ਇਹਨਾਂ ਨੇ, 98 ਦੀ ਪਾਰਲੀਮੈਂਟ ਕਿਵੇਂ ਜਿੱਤੀ, ਠੀਕ ਹੈ, ਜਦੋਂ ਸੁਖਬੀਰ ਸਿੰਘ ਵਾਜਪੇਈ ਦੇ ਵਿੱਚ ਬਣਿਆ ਮਿਨਿਸਟਰ, ਫਿਰ 2097 ਤੋਂ 2002 ਤੱਕ ਇਹ ਰਹੇ, ਫਿਰ 2012 ਤੋਂ ਲੈ ਕੇ 2007 ਤੋਂ ਲੈ ਕੇ 17 ਤੱਕ ਇਹਨਾਂ ਨੇ ਰਾਜ ਮਾਣਿਆ, ਬੀਜੇਪੀ ਨਾਲ ਰਲ ਕੇ ਮਾਣਿਆ ਨਾ। ਮਨਿਸਟਰੀਆਂ ਬੀਬਾ ਹਰਸਿਮਰਤ ਬਾਦਲ 2020 ਤੱਕ ਆ ਬੀਜੇਪੀ ਦੀਆਂ ਮਾਣਦੀ ਰਹੀ ਹੈ। ਔਰ ਇਹ ਰਿਸਪੌਂਸਿਬਲ ਨੇ RSS ਨੂੰ ਸਿੱਖ ਗੁਰੂ ਘਰਾਂ 'ਚ ਛਵਾੜਨ ਦੇ। ਇਹ ਰਿਸਪੌਂਸਿਬਲ ਨੇ ਇਹਨਾਂ ਦੇ ਰਾਜ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਪਬਲੀਕੇਸ਼ਨਸ 'ਚ ਸਿੱਖ ਰਹਿਤ ਮਰਿਆਦਾ ਤੋਂ ਬਾਹਰ ਗਈਆਂ। ਇਹਨਾਂ ਦੇ ਰਾਜ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ RSS ਇਨਫਲੂਐਂਸ 'ਚ ਆਈਆਂ। ਇਹ ਰਿਸਪੌਂਸਿਬਲ ਨੇ। ਇਹਨਾਂ ਨੇ RSS ਦਾ ਏਜੰਡਾ ਪੰਜਾਬ ਤੇ ਪੰਥ ਤੇ ਇਹਨਾਂ ਨੇ ਪਾਇਆ। ਦੇਖੋ, ਕਾਂਗਰਸ ਨੇ ਜਿਹੜਾ ਸਾਡੇ ਨਾਲ ਕੀਤਾ, ਉਹਨੇ ਸਿੱਧੇ ਸਾਡੇ ਨਾਲ ਜੰਗ ਕੀਤਾ। ਇਹਨਾਂ ਨੇ ਅੰਦਰ ਵੜ ਕੇ ਸਾਡੀ ਟ੍ਰੈਡੀਸ਼ਨਸ ਦਾ, ਸਾਡੀ ਹਿਸਟਰੀ ਦਾ, ਸਾਡੇ ਆਉਣ ਵਾਲੀਆਂ ਨਸਲਾਂ ਦਾ, ਸਾਡੀ ਰਹਿਤ ਮਰਿਆਦਾ ਦਾ, ਸਭ ਦਾ ਕਾਂਡ ਕੀਤਾ। ਮਾਨ ਸਾਹਿਬ ਅਕਸਰ ਕਹਿੰਦੇ ਸੀ ਕਿ ਮੇਰੀ ਕੌਮ ਮੇਰਾ ਸਾਥ ਨਹੀਂ ਦਿੰਦੀ। ਬੀਤੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਦਾ ਸਾਥ ਦਿੱਤਾ ਹੈ। ਅੱਜ ਦਾ ਹੰਗਾਰਾ ਵੀ ਤੁਸੀਂ ਦੇਖਿਆ ਕਿ ਕੌਮ ਹੁਣ ਖੜੀ ਹੁੰਦੀ ਹੈ ਆਪਣੇ ਹੱਕਾਂ ਦੇ ਲਈ। ਲੋਕ ਆਉਂਦੇ, ਨੌਜਵਾਨ ਆਉਂਦੇ, ਸੰਗਤ ਪਹੁੰਚਦੀ ਹੈ ਜੀ। ਹੁਣ ਕੀ ਦੇਖਦੇ ਹੋ? ਬਦਲਾਅ ਦੇਖਦੇ ਹੋ ਕੁਝ ਆਉਣ ਵਾਲੇ ਸਮੇਂ ਦੇ ਵਿੱਚ? ਇਹ ਮੋਰਚੇ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਹੁੰਦੀਆਂ ਜੀ, ਜੋ ਅੰਦਰੋਂ ਖੁਆਇਸ਼ਾਂ ਹੁੰਦੀਆਂ, ਜਿਹੜੀਆਂ ਭਾਵਨਾਵਾਂ ਲੈ ਕੇ ਆਉਂਦੇ, ਉਹ ਪੂਰੀਆਂ ਹੋਊਗੀਆਂ ਜੀ ਹੁਣ? ਫਿਰ ਜੰਗ ਕਰਨਾ ਪਏਗਾ, ਸੰਘਰਸ਼ ਕਰਨਾ ਪਏਗਾ, ਲੰਬਾ ਕਰਨਾ ਪਏਗਾ, ਬਟ ਹੋਏਗਾ। ਇਹ ਇੰਨੀਆਂ ਜਿਹੜੀਆਂ ਕੁਰਬਾਨੀਆਂ ਨੇ, ਇੰਨਾ ਜਿਹੜਾ ਸੰਘਰਸ਼ ਹੈ, ਇਹ ਵਿਅਰਥ ਨਹੀਂ ਜਾਏਗਾ। ਇਹ ਹਕੂਮਤਾਂ ਨੇ ਕੋਸ਼ਿਸ਼ ਕਰ ਲਿਆ, ਸੰਨ 84 ਕੀਤਾ, ਸੰਨ 85-86 ਕੀਤਾ, ਕਤਲੇਆਮ ਕੀਤੇ, 95 ਤੱਕ ਇਹ ਕੁਛ ਕਰਦੇ ਰਹੇ। ਬਾਕੀ ਗੱਲਾਂ ਛੱਡੋ। 2021 ਦੀ ਜਿਹੜੀ ਜਨਵਰੀ ਸੀ, 26 ਜਨਵਰੀ, ਇੱਕ ਨਿਸ਼ਾਨ ਸਾਹਿਬ ਪਿੱਛੇ ਰੌਲਾ ਪਾਇਆ ਸੀ, ਅੱਜ ਮੋਹਾਲੀ ਨਿਸ਼ਾਨ ਸਾਹਿਬਾਂ ਨਾਲ ਗੁਰੂ ਮਹਾਰਾਜ ਨੇ ਭਰਤਾ। ਇਹ
ਇਹਨਾਂ ਨੂੰ ਇਹ ਨਹੀਂ ਵੀ ਇਹ ਮੰਨੂ ਬਣਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਅਸੀਂ ਤਾਂ ਦੂਣੇ ਸੁਆਣੇ ਹੋਵਾਂਗੇ। ਸੋ ਬਿਲਕੁਲ ਲੰਬੇ ਸੰਘਰਸ਼ ਕਰਨੇ ਪੈਣਗੇ, ਕਹਿਣਾ ਕੁਸ਼ਲਪਾਲ ਸਿੰਘ ਮਾਨ ਹੋਰਾਂ ਦਾ, ਕਿ ਫਿਰ ਇਹ ਸੰਘਰਸ਼ ਵਿਅਰਥ ਨਹੀਂ ਜਾਣਗੇ। ਨੌਜਵਾਨੀ ਵੱਡੀ ਗਿਣਤੀ ਦੇ ਵਿੱਚ ਅੱਜ ਇਸ ਮੋਰਚੇ ਦਾ ਹਿੱਸਾ ਬਣੀ ਆ। ਇਹ ਜੋ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਉਸ ਦੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ, ਹੱਥਾਂ ਦੇ ਵਿੱਚ ਕੇਸਰੀ ਨਿਸ਼ਾਨ ਸਭ ਲੈ ਕੇ। ਪਰ ਹੁਣ ਇਸ ਦਾ ਕੀ ਅਸਰ ਪਵੇਗਾ, ਕਿੰਨੇ ਲੰਮੇ ਸੰਘਰਸ਼ ਕਰਨੇ ਪੈਣਗੇ, ਕਦੋਂ ਇਹਨਾਂ ਸੰਘਰਸ਼ਾਂ ਤੋਂ ਬਾਅਦ ਰਿਹਾਈ ਮਿਲੇਗੀ ਬੰਦੀ ਸਿੰਘਾਂ ਨੂੰ, ਕਦੋਂ ਇਹ ਸਾਰੇ ਫੈਸਲੇ ਹੋਣਗੇ, ਇਹ ਆਉਣ ਵਾਲਾ ਸਮਾਂ ਤੈਅ ਕਰੇਗਾ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਮੋਹਾਲੀ।